ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੀ ਤਿਹਾ ਹਮ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।
ਵਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਇਸ ਪਾਰ ਇੱਕ ਇਤਿਹਾਸ ਬਖਾਨਾ, ਇੱਕ ਨਾਰ ਨੇ ਕਗ ਸੇਵਾ ਠਾਨਾ। ਪਾਣੀ ਜੋਗ ਤੇ ਧਰ ਉੱਚੇ, ਸਭ ਪੰਛੀ ਤੇ ਸਦਨ ਪਹੁੰਚੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਰ ਇੱਕ ਇਤਿਹਾਸ ਬਖਾਨਾ, ਇੱਕ ਨਾਰ ਨੇ ਕਗ ਸੇਵਾ ਠਾਨਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਸੇਵਾ ਦੀ ਮਹਾਨਤਾ ਦੇ ਬਾਰੇ ਦੱਸਿਆ ਕਿ ਸੇਵਾ ਕਰਨੀ ਕਿਸ ਢੰਗ ਨਾਲ ਹੈ, ਕਿ ਜਥਾ ਜੋਗ ਜਿੰਨਾ ਕਿਸੇ ਤੋਂ ਹੋ ਸਕੇ, ਜੇ ਹੋ ਸਕੇ ਲੰਗਰ ਤਿਆਰ ਕਰਕੇ ਛਕਾਓ, ਨਹੀਂ ਹੋ ਸਕਦਾ ਤੇ ਪਾਣੀ ਵੀ ਛਕਾ ਦਿਓ। ਬਹੁਤਾ ਨਹੀਂ ਸੇਵਾ ਕੀਤੀ ਜਾ ਸਕਦੀ, ਕੋਈ ਲੋੜਵੰਦ ਹੈ ਕਿਸੇ ਵੀ ਤਰ੍ਹਾਂ ਦੇ ਉਹਨੂੰ ਬਸਤਰ ਦੇ ਦਿਓ, ਬਸਤਰ ਨਹੀਂ ਕੋਈ ਰੁਪਈਆ ਪੈਸਾ, ਜਿਵੇਂ ਦੇ ਵੀ ਜਿੱਥੋਂ ਤੱਕ ਸੇਵਾ ਹੋ ਸਕੇ। ਔਰ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਕਿਤੇ ਪੱਖਾ ਹੱਥਾਂ ਦੇ ਵਿੱਚ ਲੈ ਕੇ ਪੱਖਾ ਹੀ ਚੱਲਦੇ, ਲੋੜ ਪਏ ਬਸਤਰ ਧੋਦੇ। ਜਿੱਥੋਂ ਤੱਕ ਜਥਾ ਜੋਗ ਜਿਵੇਂ ਦੇ ਵੀ ਸੇਵਾ ਹੋ ਸਕਦੀ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ। ਕਿਸੇ ਸਿੱਖ ਦੇ ਕੋਲ ਗਰੀਬ ਦੇ ਕੋਲ ਘਰ ਨਹੀਂ, ਉਹਨੂੰ ਘਰ ਬਣਵਾ ਕੇ ਦੇ ਦਿਓ। ਔਰ ਇਹ ਸਾਰੀਆਂ ਸੇਵਾਵਾਂ ਬੜੀਆਂ ਵੱਡੀਆਂ ਨੇ, ਜਿਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਗੁਰੂ ਦੇ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ। ਗਰੀਬ ਦੇ ਮੂੰਹ ਦੇ ਵਿੱਚ ਪਾ ਲਿਆ, ਸਮਝੋ ਗੁਰੂ ਦੇ ਗੋਲਕ 'ਚ ਪੈ ਗਿਆ। ਹੁਣ ਇੱਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਸਮਝਾਉਣ ਵਾਸਤੇ ਕਹਿੰਦੇ ਨੇ, ਭਾਈ ਤੁਹਾਨੂੰ ਇੱਕ ਸਾਖੀ ਸੁਣਾਉਣਾ। ਧੰਨ ਗੁਰੂ ਰਾਮਦਾਸ ਜੀ ਸੁਣਾ ਰਹੇ ਨੇ, ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਮਨੁੱਖ ਨੇ, ਇੱਕ ਨਾਰ ਨੇ ਕਗ ਸੇਵਾ ਠਾਨਾ। ਉਹਨੇ ਪ੍ਰਣ ਕਰ ਲਿਆ, ਗਰਮੀਆਂ ਦੇ ਦਿਨ ਸਨ, ਕਿ ਪੰਛੀਆਂ ਦੀ ਸੇਵਾ ਕਰਨੀ ਹੈ। ਹੁਣ ਪੰਛੀਆਂ ਦੀ ਸੇਵਾ ਕਿਵੇਂ ਕੀਤੀ ਜਾ ਸਕਦੀ ਹੈ? ਕਹਿੰਦੇ ਪਾਣੀ ਜੋਗ ਦੇ ਧਾਰੇ ਉੱਚੇ, ਸਭ ਪੰਛੀ ਤੇ ਸਦਨ ਪਹੁੰਚੇ। ਉਹ ਕੀ ਕਰਦਾ ਸੀ? ਗਰਮੀਆਂ ਦੇ ਦਿਨਾਂ 'ਚ ਪਾਣੀ ਭਾਂਡਿਆਂ 'ਚ ਪਾ ਕੇ ਛੱਤ ਉੱਤੇ ਰੱਖਦੇ। ਜਿਹੜਾ ਪੰਛੀ ਸੌਖਾ ਚੁਗ ਸੁਗਣ, ਉਹ ਕੁਝ ਚੋਗਾ ਛੱਤ ਉੱਤੇ ਖਿਲਾਰ ਦੇਣਾ। ਔਰ ਪੰਛੀ ਫਿਰ ਜਿੱਥੇ ਚੋਗਾ ਮਿਲੇ, ਪਾਣੀ ਮਿਲੇ, ਉੱਥੇ ਹੌਲੀ ਹੌਲੀ ਪਹੁੰਚ ਹੀ ਜਾਂਦੇ ਨੇ। ਬਹੁਤ ਸਾਰੇ ਪੰਛੀ ਆਉਣ ਲੱਗ ਗਏ। ਖੱਗ ਪ੍ਰਸੰਨ ਬਹੁਤ ਇਸ ਪਰ ਹੋਏ, ਆਨੇ ਹੰਸ ਸਦਨ ਤਹਿ ਦੋਏ। ਹੁਣ ਇਹ ਸਾਖੀ ਹੈ ਤੇ ਸਮਝਾਉਣ ਵਾਸਤੇ ਕਿ ਜਿਹੜੇ ਪੰਛੀ ਨੂੰ ਬੜੇ ਖੁਸ਼ ਹੋਣਾ ਵੀ ਗਰਮੀ 'ਚ ਪਾਣੀ ਲੱਭਦਾ ਵੀ ਨਹੀਂ, ਕਿ ਇਕੱਲਾ ਪਾਣੀ ਨਹੀਂ, ਪਾਣੀ ਦੇ ਨਾਲ ਚੋਗਾ ਵੀ ਮਿਲਦਾ ਹੈ। ਔਰ ਪੰਛੀ ਆਪਣੀ ਭਾਸ਼ਾ ਵਿੱਚ, ਆਪਣੀ ਬੋਲੀ ਵਿੱਚ ਇੱਕ ਦੂਜੇ ਦੇ ਨਾਲ ਮਿਲ ਕੇ ਸਿਫਤ ਵੀ ਕਰਦੇ ਹੋਣ। ਕਹਿੰਦੇ ਉਹ ਪੰਛੀਆਂ ਦੇ ਨਾਲ ਕਿਤੇ ਇਹ ਹੰਸਾਂ ਨੂੰ ਵੀ ਪਤਾ ਲੱਗਾ
कि उत्थे चोगा मिलता है, 2 हंस भी आ गए। खाए ना चोग ना पीवै पानी, तिन पिक कै चित चिंता ठानी। हुण हंस आए ने पर हंस पानी कित्थे पींदे ने? जेड़ा चोगा छत ते पाया हंस वो कित्थे चुगदे ने? हंसा की खुराक ही होर, उन्होंने तो हीरे मोती खाने ने। जे उन्हें पीना तो दुध पीना, वो दुध विच चुंझ मार के केवल तत्त तत्त पीना है। पानी छड्ड जाना, पतला छड्ड जाना, जिहड़ा तत्त है केवल उन्हां को खाना है। हुण हंस खांदे नहीं, पर वो जिहड़ा प्रेमी पंछी उनकी सेवा करता सी, वो वेख के दुखी चिंता विच भी कि जे हंस आए ने कुछ खाण ते सही, कुछ पीण ते सही। किस आण तिसै समझायस, मुक्ता दूध खाए तृपतायस। और किसी ने दसिया जो चिंता च देखा कि भाई जे हंस आए ने तो चंगी गल है, पर भाई ये पानी नहीं पींदे, ये चोगा नहीं चुगते। इन्हां दा चोगा तो हीरा मोती है, जे कोई मोती है तो एक दे दे, नहीं तो दुध पी सकते ने, दुध पा दे। ये इन्हां दी खुराक है। सुण अणबिद मुक्ता सो ल्यायव, रुचकार हंस सो ताहे खवायव। कहते ये सुन के उन्हें किसी तरीके दे नाल कि 2 जिहड़े ने मोती कितों न कितों किसी तरीके नाल लाया है, तो गरीब सी पर 2 मोती लाया। एक एक मोती उन्हें दुध दे विच पा के दोवां दे अगे रख दिता, दुध अगे रख दिता। पियो दुग्ध नीर को त्यागा, भय प्रसन्न ते पिक अनुरागा। हुण हंसां दे बिरते है, दुध विच उन्होंने पहलों चुंझ मार के दूध नूं छड्डना है, चुंझ और छड्ड के जिहड़ा विचों पनीर बन जाए, भावें उहदे च पानी पाया जां नहीं पाया, वो पतला उन्होंने खाना ही नहीं, पीना ही नहीं, केवल वो जिहड़ा फुटिया होया जां पनीर बनिया होया उन्हां को खांदे ने। वो विचों खा के पतला पतला जिहड़ा पानी से छड्ड दिता। एक एक मोती से मोती भी खा लिया। कहते भय प्रसन्न ते पिक अनुरागा, वेख के हंस भी खुश हो गई। 2 लाल उगले तर दीने, हंस गए उड़ सो तिन लीने। कहते 2 हंसा ने उदों उगाली की, वो दुध पीण तो बाद, मोती खाण तो बाद उगाली की कि एक एक 2 ने लाल जिहड़ा बाहर थुक दिता, कह दिए कि बाहर कढ़ दिता। आप उतों डारी बार टुट गए। बेच तिन्हों को तन बहु आने, सुंदर सदन बनावण ठाने। क्योंकि लाल है तो पत्थर पर कीमती बड़ा है। और 2 लाल ने, ये आप जी ने कथा सुनी भी है कि एक इवें दा पत्थर धन गुरु नानक साहिब जी ने भाई मरदाने नूं भी दिता सी कि जिन्होंने नहीं पता उन्होंने कीमत पाई कि 2 मूड़ियां लै जा, वध तो वध गज कपड़ा ले जाना, कपड़ा लै जा। किसी ने कहा गोभी लै जा, पर इन्ना कीमती से सालसरा जोरे जिहड़ा जानता सी, उन्हें 100 रुपया केवल दर्शना भेटा उन्होंने दिनों च दी, जिहड़ी अज दे करोड़ों के हिसाब नाल होई कि इनकी कीमत पाई नहीं जा सकती। मेरी औकात ही नहीं मैनू खरीदा, कीमती बड़ा है। पूरे इत्थे 2 लाल इन्हें बेचे तो वेच के माया खुली मिल गई। हुण माया आए तो सुंदर सदन बनवावन ठाने। माया आए फिर घर बन ही जाता है। बड़ा वड्डा बड़ा सोहना इन्हें घर बना लिया। करे बैंगन सेब विसाला, बृंद हंस आए एक काला। हुण पहलों नाल भी खुश होकर सेवा तो पहलों भी करता सी पंछियों की, कि उत्ते खुला पानी रख देना भांडिया दे विच, खुला दाना रखना, जिन्ना मर्जी कोई आके खाए। ये होर प्रसन्न होकर सेवा करता है। इस तरह कहते कुछ समय तो बाद बृंद हंस आए एक काला। बहुत सारे हंस इकट्ठे हो के आए। देखे चल जो भगत हमारो,
ਇਮ ਕਹਿਤੇ ਕਰ ਆਏ ਹਜ਼ਾਰੋਂ। ਕਹਿੰਦੇ ਹੰਸਾਂ ਨੇ ਵਿਚਾਰ ਕੀਤੀ, ਜਾ ਕੇ ਦੇਖੀ ਤੇ ਸਹੀ ਲਾਲ ਦੇ ਕੇ ਆਏ ਸਨ। ਪਤਾ ਵੀ ਲੱਗਿਆ ਕਿ ਕਿਤੇ ਵਗਾ ਕੇ ਸੁੱਟ ਦਿੱਤੇ ਨੇ। ਉਸ ਭਗਤ ਦਾ, ਸੇਵਾਦਾਰ ਦਾ, ਜਿਹੜਾ ਸੇਵਾ ਕਰਦਾ, ਹਾਲਚਲ ਦੇਖੀ ਕੀ ਹਜ਼ਾਰੇ ਕਹਿੰਦੇ ਹੰਸ ਆ ਗਏ। ਅਣਬਿਦ ਮੁਗਤਾ ਤਰੇ ਅਕਾਰੀ, ਦੀਨ ਸਦੁਗਤ ਸੇਵ ਹਿਤਕਾਰੀ। ਕਿਉਂਕਿ ਹੁਣ ਤੇ ਘਰ ਵਿੱਚ ਮਾਏ ਬਥੇਰੀ ਸੀ, ਦੁੱਧ ਵੀ ਖੁੱਲ੍ਹਾ ਸੀ। ਕਈ ਭਾਂਡਿਆਂ ਵਿੱਚ ਖੁੱਲ੍ਹਾ ਦੁੱਧ ਰੱਖ ਦਿੱਤਾ। ਬਹੁਤ ਸਾਰੇ ਮੋਤੀ ਜਿੰਨੇ ਆਏ ਸਨ ਸਾਰਿਆਂ ਨੇ ਅੱਗੇ ਮੋਤੀ ਵੀ ਰੱਖੇ। ਹੁਣ ਸਾਰੇ ਹੰਸਾਂ ਨੇ ਮੋਤੀ ਵੀ ਚੁਗਿਆ, ਇੱਕ ਇੱਕ ਖਾਧਾ, ਉਹਨਾਂ ਨੇ ਦੁੱਧ ਵੀ ਪੀਤਾ। ਸਾਰੇ ਬੜੇ ਖੁਸ਼ ਵੀ। ਤੇਹ ਪਾਰ ਸਭ ਪ੍ਰਸੰਨ ਤਬ ਹੋਏ, ਰਤਨ ਅਨੇਕ ਦੇਣ ਤਹਿ ਜੋਏ। ਉਦੋਂ ਤਾਂ ਦੋ ਹੀ ਆਏ ਸਨ, ਇੱਕ ਇੱਕ ਕੀਮਤੀ ਲਾਲ ਦੇ ਕੇ। ਪਰ ਅੱਜ ਹਜ਼ਾਰਾਂ ਹੀ ਕਹਿੰਦੇ ਹੰਸ ਆਏ। ਉਹਨਾਂ ਸਾਰਿਆਂ ਨੇ, ਕਿਸੇ ਨੇ ਕੀਮਤੀ ਮੋਤੀ, ਕਿਸੇ ਨੇ ਕੀਮਤੀ ਲਾਲ। ਉਸੇ ਤਰ੍ਹਾਂ ਉਬਾਲੀ ਕੀਤੀ, ਇੱਕ ਇੱਕ ਲਾਲ ਕੀਮਤੀ ਮੋਤੀ ਛੱਤ ਦੇ ਉੱਤੇ ਸੁੱਟ ਕੇ ਕਹਿੰਦੇ ਉਡਾਰੀ ਮਾਰ ਕੇ। ਭੂਪ ਸਮਾਨ ਭਇਓ ਖੱਗ ਸੇਵੈ, ਸੰਤਨ ਸੇਵ ਮਹਾਫਲ ਲੇਵੈ। ਹੁਣ ਧੰਨ ਗੁਰੂ ਰਾਮਦਾਸ ਜੀ ਉੱਤੇ ਸਮਝਾਉਂਦੇ ਨੇ, ਸਿੱਖੋ ਉਹ ਤੇ ਪੰਛੀਆਂ ਦੀ ਸੇਵਾ ਕਰਦਾ ਸੀ, ਤੇ ਪੰਛੀਆਂ ਦੀ ਸੇਵਾ ਕਰਕੇ ਉਹ ਤੇ ਰਾਜਿਆਂ ਦੇ ਵਰਗਾ ਹੋ ਗਿਆ, ਮੇਰ ਧਨੀ ਹੋ ਗਿਆ, ਕਰੋੜਪਤੀ ਬਣ ਗਿਆ। ਪਰ ਸੰਤਨ ਸੇਵ ਮਹਾਫਲ ਲੇਵੇ, ਜਿਹੜੇ ਮੇਰੇ ਸਿੱਖਾਂ ਦੀ, ਸੰਤਾਂ ਦੀ ਸੇਵਾ ਕਰੇਗਾ ਉਹਨੂੰ ਕਿੰਨਾ ਫਲ ਮਿਲੇਗਾ। ਉਹ ਤਾਂ ਪੰਛੀਆਂ ਦੀ ਸੇਵਾ ਕਰਕੇ ਇੰਨਾ ਫਲ ਲੈ ਗਿਆ। ਨਿਤ ਸਿੱਧ ਕੇ ਦਾਤਾ ਨਿਤ ਸੰਤ, ਮੁਕਤ ਪਦਾਰਥ ਦੇਵਤਿਆਂ ਅਨੰਤ। ਉੱਥੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਜਿਹੜੇ ਸਾਡੇ ਸਿੱਖ ਨੇ, ਅਸਲ ਵਿੱਚ ਜਿਹੜੇ ਸਿੱਖ ਨੇ ਉਹ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇ ਦਾਤੇ ਨੇ। ਸਿੱਖਾਂ ਦੀ ਕੀਤੀ ਹੋਈ ਸੇਵਾ, ਮੁਕਤ ਪਦਾਰਥ ਦੇਵਤ ਅੰਤ। ਉਹਦਾ ਅੰਤ ਹੀ ਨਹੀਂ, ਕਿੰਨੇ ਕੁ ਪਦਾਰਥ ਦਿੰਦੇ ਨੇ, ਕੇਵਲ ਪਦਾਰਥ ਹੀ ਨਹੀਂ। ਸੇਵਾ ਦੇ ਵਿੱਚੋਂ ਮੁਕਤੀ ਵੀ ਮਿਲਦੀ ਹੈ, ਔਰ ਉਹ ਜਿਉਂਦਿਆਂ ਜੀ ਮੁਕਤੀ ਮਿਲਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਮੁਕਤੀ ਮਿਲਦੀ ਹੈ। ਸੇਵਾ ਕਰਕੇ ਨਿਮਰਤਾ ਮਿਲਦੀ ਹੈ। ਹੰਸ ਸਮਾਨ ਸਿੱਖ ਜੋ ਮੇਰੇ, ਇਨ ਸੇਵੇ ਫਲ ਪਾਏ ਕਨੇਰੇ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਭਾਈ ਜਿਹੜੇ ਮੇਰੇ ਸਿੱਖ ਨੇ ਨਾ, ਹੰਸਾਂ ਵਰਗੇ ਨੇ। ਹੰਸਾਂ ਦੇ ਨਾਲ ਤੁਲਨਾ ਤਾਂ ਹੀ ਦਿੱਤੀ ਜਾਂਦੀ, ਉਹ ਮਾੜੇ ਚੰਗੇ ਦੀ ਪਰਖ ਕਰਨੀ ਜਾਣਦੇ ਨੇ, ਉਹਨਾਂ ਕੋਲ ਤਤ ਗਿਆਨ ਹੈ। ਮੇਰੇ ਸਿੱਖ ਹੰਸਾਂ ਵਰਗੇ ਨੇ ਭਾਈ, ਇਨ ਸੇਵੇ ਫਲ ਪਾਏ ਕਨੇਰੇ। ਜਿਹੜਾ ਕੋਈ ਇਹਨਾਂ ਦੀ ਸੇਵਾ ਕਰੇਗਾ ਉਹਨੂੰ ਬੇਅੰਤੀ ਬਹੁਤ ਜ਼ਿਆਦਾ, ਕਨੇਰੇ ਦਰ ਤੇ ਜ਼ਿਆਦਾ, ਬਹੁਤ ਜ਼ਿਆਦਾ ਫਲ ਮਿਲਣਗੇ। ਅਲੱਭ ਵਸਤੂ ਐਸੇ ਨਹਿ ਕੋਈ, ਮਮ ਸਿੱਖ ਸੇਵੇ ਪਾਏ ਨਾ ਜੋਈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁਨੀਆ ਦੇ ਵਿੱਚ ਐਸਾ ਕੋਈ ਪਦਾਰਥ ਨਹੀਂ, ਕੋਈ ਦੁਰਲੱਭ ਵਸਤੂ ਨਹੀਂ ਕਿ ਜਿਹੜੀ ਮੇਰੇ ਸਿੱਖਾਂ ਦੀ ਸੇਵਾ ਕਰਕੇ ਵਿੱਚੋਂ ਪ੍ਰਾਪਤ ਨਾ ਹੋ ਸਕਦੀ। ਸਿੱਖਾਂ ਦੀ ਸੇਵਾ ਕਰਕੇ ਜੋ ਚਾਹੋ ਉਹ ਮਨ ਦੀ ਮਨੌਤ ਜਿਹੜੀ ਪੂਰੀ ਹੋਵੇਗੀ। ਇਮ ਸਿਰੇ ਸਤਿਗੁਰ ਸੇਵ ਮਹਾਤਮ, ਕਹਿਓ ਸੁਣਤ ਸਿੱਖ ਲੈ ਸੁਖ ਆਤਮ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਇਹ ਸੇਵਾ ਦਾ ਮਹਾਤਮ ਦੱਸਿਆ। ਭਾਈ ਸਿੱਖੋ, ਸਿੱਖਾਂ ਦੀ ਸੇਵਾ ਦਾ ਮਹਾਤਮ ਹੈ, ਔਰ ਗੁਰੂ ਦੀ ਦੱਸੀ ਹੋਈ ਸੇਵਾ ਦਾ ਮਹਾਤਮ ਹੈ। ਇਹ ਸੁਣ ਕੇ ਕਹਿੰਦੇ ਸਿੱਖਾਂ ਨੇ ਆਤਮ ਸੁਖ ਪ੍ਰਾਪਤ ਕੀਤਾ। ਹੁਣ ਦੋਹਰਾ ਸਿਰ ਸਤਿਗੁਰ ਬਿਰਧ ਅਮਰ ਜੀ, ਆਏ ਇਨਕੇ ਪਾਸ ਗ੍ਰਾਮ ਕਿਤਕ ਅਰਪਣ ਕਰੇ, ਅਕਬਰ ਬਣੇ ਪ੍ਰਕਾਸ਼। ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਬਜ਼ੁਰਗ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਕੋਲ ਅਕਬਰ ਬਾਦਸ਼ਾਹ ਜਦੋਂ ਆਇਆ ਸੀ, ਬਾਦਸ਼ਾਹ ਨੇ ਬੇਨਤੀ ਕਰਕੇ ਕਈ ਪਿੰਡ ਗੁਰੂ ਸਾਹਿਬ ਨੂੰ ਭੇਟਾ ਕੀਤੇ ਸਨ। ਸੋ ਸਗਰੇ ਗ੍ਰਾਮ ਗਣ ਗੁਰਤਾ ਗਾਦੇ ਸਾਥ, ਰਾਮਦਾਸ ਗੁਰ ਕੋ ਦਏ ਕੁੱਲ ਭੱਲਣ ਕੇ ਨਾਥ। ਕਿਉਂਕਿ ਉਹ ਜਿਹੜੇ ਪਿੰਡ ਨੇ ਉਹਨੇ ਗੁਰੂ ਨੂੰ ਦਿੱਤੇ ਸਨ,
ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਜੀ ਨੂੰ ਦਿੱਤੀ, ਕਹਿੰਦੇ ਉਹ ਸਾਰੇ ਦੇ ਸਾਰੇ ਜਿਹੜੇ ਪਿੰਡ ਨੇ ਗੁਰਤਾ ਗੱਦੀ ਦੇ ਨਾਲ ਉਹ ਜਿਹੜੇ ਪਿੰਡ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਦਿੱਤੇ। ਚੌਪੇ ਆਪ ਅਛਤ ਹੈ ਪ੍ਰਥਮ ਪਠਾਏ, ਤਾਲ ਖਨਾਵਣ ਕੋ ਫੁਰਮਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਆਪ ਧੰਨ ਗੁਰੂ ਅਮਰਦਾਸ ਜੀ ਪਹਿਲੋਂ, ਕਿਉਂਕਿ ਪ੍ਰਭੂਪੁਰ ਨੂੰ ਚਲੇ ਗਏ, ਜੋਤੀ ਜੋਤ ਸਮਾ ਗਏ, 7 ਸਾਲ ਕੁਛ ਮਹੀਨੇ ਉਮਰ ਵੀ ਜਿਹੜੀ ਸੀ ਆਪਣੀ ਉਹ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਗਏ। ਔਰ ਧੰਨ ਗੁਰੂ ਰਾਮਦਾਸ ਜੀ ਨੂੰ ਹੁਕਮ ਕਰਕੇ ਗਏ ਸਨ, ਤਾਲ ਖਨਾਵਣ ਕੋ ਫੁਰਮਾਏ, ਵੀ ਤੁਸੀਂ ਸਰੋਵਰ ਬਣਾਉਣਾ ਹੈ। ਕਸ਼ੁਕ ਖਣਿਓ ਵਾਰ ਗ੍ਰਾਮ ਬਸਾਵਾ, ਨਾਮ ਗੁਰੂ ਕੋ ਚੱਕ ਧਰਾਵਾ। ਕਹਿੰਦੇ ਕੁਛ ਕੁ ਜਿਹੜਾ ਉਹ ਸਰੋਵਰ ਹੈ ਧੰਨ ਗੁਰੂ ਅਮਰਦਾਸ ਜੀ ਦੇ ਹੁੰਦੇ ਗੁਰੂ ਰਾਮਦਾਸ ਜੀ ਨੂੰ ਪਟਵਾਇਆ ਵੀ ਸੀ। ਕੁਝ ਛੋਟਾ ਜਿਹਾ ਪਿੰਡ ਵੀ ਵਸਾਇਆ ਸੀ, ਜਿਹਦਾ ਨਾਮ ਉਦੋਂ ਰੱਖਿਆ ਗੁਰੂ ਕਾ ਚੱਕ, ਨਾਮ ਗੁਰੂ ਕੋ ਚੱਕ ਧਰਾਵਾ। ਅਸ ਇਤਿਹਾਸ ਸੁਣਤ ਸਭ ਸਿੰਘ, ਕਰੇ ਬਿਕਾਰਨ ਕੋ ਬੜ ਸਿੰਘ। ਕਹਿੰਦੇ ਐਸੀ ਕਥਾ, ਐਸਾ ਪ੍ਰਸੰਗ ਗੁਰੂ ਕੇ ਸਾਰੇ ਸਿੱਖ ਜਦੋਂ ਸੁਣ ਰਹੇ ਸਨ, ਇਹ ਤੇ ਕਵੀ ਸੰਤੋਖ ਸਿੰਘ ਜੀ ਨੇ, ਕਿਉਂਕਿ ਇਹ ਜਿਹੜਾ ਇਤਿਹਾਸ ਹੈ, ਲਿਖਤ ਹੈ, ਭਾਈ ਰਾਮ ਕੋਇਰ ਦੇ ਲਿਖੇ ਹੋਏ ਲਿਖਤ ਦੇ ਵਿੱਚੋਂ ਉਹਨੂੰ ਕਵਿਤਾ ਦਾ ਰੂਪ ਦਿੱਤਾ ਹੈ ਕਿ ਭਾਈ ਰਾਮ ਕੋਇਰ ਜੀ ਸੁਣਾ ਰਹੇ ਸਨ, ਗੁਰੂ ਕੇ ਸਿੰਘ ਸੁਣ ਰਹੇ ਸਨ। ਹਾਥ ਜੋਰ ਬੋਲੇ ਤਬ ਸਰੋਤਾ, ਰਾਮ ਕੋਇਰ ਤੁਮ ਆਨੰਦ ਉਦੋਤਾ। ਕਹਿੰਦੇ ਗੁਰੂ ਕੇ ਸਿੰਘਾਂ ਨੇ ਉਦੋਂ ਹੱਥ ਜੋੜ ਕੇ ਭਾਈ ਰਾਮ ਕੋਇਰ ਨੂੰ ਬੇਨਤੀ ਕੀਤੀ ਕਿ ਰਾਮ ਕੋਇਰ ਜੀ, ਤੁਸੀਂ ਆਨੰਦ ਦੇ ਮਨਾਰੇ ਹੋ, ਤੁਸੀਂ ਬ੍ਰਹਮ ਗਿਆਨੀ ਹੋ, ਬ੍ਰਹਮ ਦੇ ਗਿਆਤਾ ਹੋ। ਕਥਾ ਸੁਣਾਏ ਸਰਬ ਸੁਖ ਦੀਏ, ਜਿਸ ਤੇ ਭਏ ਪ੍ਰਫੁੱਲਤ ਹੀਏ। ਕਿ ਭਾਈ ਰਾਮ ਕੋਇਰ ਜੀ, ਜਿੰਨੇ ਤੁਸੀਂ ਗੁਰ ਇਤਿਹਾਸ ਦੀ ਕਥਾ ਸੁਣਾਈ ਹੈ, ਇਹ ਕਥਾ ਸੁਣਾ ਕੇ ਸਾਨੂੰ ਸੁੱਖ ਦਿੱਤੇ ਨੇ, ਔਰ ਕਥਾ ਨੂੰ ਸੁਣ ਕੇ ਸਾਡੇ ਹਿਰਦੇ ਦੇ ਵਿੱਚ ਬੜੀ ਪ੍ਰਫੁੱਲਤਾ, ਬੜੀ ਪ੍ਰਸੰਨਤਾ ਵੀ ਆਈ ਹੈ। ਅਬ ਸ੍ਰੀ ਅੰਮ੍ਰਿਤਸਰ ਕੇ ਕਥਾ, ਕਰੋ ਸੁਣਾਵਣ ਹੋਏ ਜਥਾ। ਹੁਣ ਸਿੰਘ ਹੱਥ ਜੋੜ ਕੇ ਕਹਿੰਦੇ ਨੇ ਭਾਈ ਰਾਮ ਕੋਇਰ ਕਿ ਇੱਥੋਂ ਤੱਕ ਤਾਂ ਤੁਸੀਂ ਸੁਣਾਈ, ਪਰ ਇਹ ਵੀ ਕਿਰਪਾ ਕਰਕੇ ਹੁਣ ਸੁਣਾਓ ਅੰਮ੍ਰਿਤਸਰ ਦਾ ਪ੍ਰਸੰਗ ਕੀ ਹੈ, ਅੰਮ੍ਰਿਤਸਰ ਨਗਰ ਕਿਵੇਂ ਵਸਿਆ, ਉਹ ਜਿਹੜਾ ਤਾਲ, ਜਿਹੜਾ ਸਰੋਵਰ ਧੰਨ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਕਹਿ ਕੇ ਗਏ ਸਨ, ਉਹਦੀ ਤਿਆਰੀ ਕਿਵੇਂ ਹੋਈ, ਹਰਿਮੰਦਰ ਸਾਹਿਬ ਦਾ ਇਤਿਹਾਸ ਕੀ ਹੈ। ਐਸੋ 3 ਲੋਕ ਕੇ ਅੰਦਰ, ਸੁਣਿਓ ਨਾ ਥਲ ਤੀਰਥ ਅਤ ਸੁੰਦਰ। ਔਰ ਸਿੰਘ ਕਹਿੰਦੇ ਨੇ ਭਾਈ ਰਾਮ ਕੋਇਰ ਜੀ, ਕਿਉਂਕਿ ਇਹ ਜਿਹੜਾ ਅਸਥਾਨ ਹੈ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ, ਤਿੰਨਾਂ ਲੋਕਾਂ ਦੇ ਵਿੱਚ ਇਹ ਅੱਜ ਤੱਕ ਨਾ ਕਦੇ ਸੁਣਿਆ ਸੀ, ਨਾ ਵੇਖਿਆ ਸੀ, ਕਿ ਹੈ ਬੜਾ ਸੋਹਣਾ। ਸੁਣਿਓ ਨਾ ਥਲ ਤੀਰਥ ਅਤ ਸੁੰਦਰ, ਇੰਨਾ ਸੋਹਣਾ ਕਿ ਜਿਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਵੀ ਕਹਿ ਦਿੱਤਾ ਕਿ ਕਿਮ ਉਤਪਦੇ ਭਏ ਇਸ ਕੇਰੀ, ਮਹਿਮਾ ਕਹੇ ਨਾ ਜਾਏ ਬਡੇਰੀ। ਇਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਇਵੇਂ ਦਾ ਥਾਂ ਅੱਜ ਤੱਕ ਕਦੇ ਨਾ ਸੁਣਿਆ ਸੀ, ਨਾ ਵੇਖਿਆ ਹੈ। ਇਹਦੀ ਉਤਪਤੀ ਕਿਵੇਂ ਹੋਈ, ਕਿਵੇਂ ਸਿਰਜਣਾ ਹੋਈ। ਜਿਸ ਕੋ ਮਹਾ ਮਹਾਤਮ ਆਹੇ, ਕਹਿਓ ਬਹੁਤ ਸ੍ਰੀ ਗ੍ਰੰਥ ਸੋ ਮਾਹੇ। ਕਿਉਂਕਿ ਸਿੰਘਾਂ ਨੇ ਗ੍ਰੰਥ ਸਾਹਿਬ ਪੜ੍ਹਿਆ ਹੈ, ਬਾਣੀ ਗੁਰੂ ਸਾਹਿਬ ਦੀ ਪੜ੍ਹੀ, ਕਿ ਸਤਿਗੁਰੂ ਜੀ ਕਹਿੰਦੇ ਨੇ ਇਵੇਂ ਦਾ ਥਾਂ ਕਿਤੇ ਨਹੀਂ ਜਿੰਨਾ ਸੋਹਣਾ ਇਹ ਹੈ। ਔਰ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਹੈ, ਮਹਾਤਮ ਦੱਸਿਆ ਹੋਇਆ ਹੈ, ਕਿਸ ਪ੍ਰਕਾਰ ਇਹ ਤਾਲ ਲਗਾਵਾ, ਹਰਿਮੰਦਰ ਸੁੰਦਰ ਬਣਵਾਵਾ। ਕਿ ਭਾਈ ਰਾਮ ਕੋਇਰ ਜੀ ਕਿਸ ਢੰਗ ਦੇ ਨਾਲ ਇਸ ਸਰੋਵਰ ਦੀ ਪੁਟਾਈ ਕੀਤੀ ਗਈ, ਕਿਵੇਂ ਤਿਆਰੀ ਕੀਤੀ ਗਈ, ਕਿਵੇਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋਈ। ਲక్ష్ਮੀ ਸਥਿਤ ਸੇਵਤੀ ਜਹਾਂ, ਸੰਤਨ ਕੇ ਜਿਤ ਭਾਵਤ ਮਹਾ।
ਕਿ ਜਿਸ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਅੱਜ ਲక్ష్ਮੀ 24 ਘੰਟੇ 8 ਪੈਰ ਹਰ ਵੇਲੇ ਚਰਨਾਂ 'ਚ ਬੈਠ ਕੇ ਸੇਵਾ ਕਰਦੀ ਹੈ। ਔਰ ਲక్ష్ਮੀ ਦਾ ਕੋਈ ਅੰਤ ਥੋੜ੍ਹੀ ਹੈ, ਉਸ ਦਰ ਤੇ ਅੱਜ ਵੀ ਆਉਂਦੀ ਹੈ ਔਰ ਅਣਗਿਣਤ ਹੀ ਆਉਂਦੀ ਹੈ। ਸਿੰਘ ਕਹਿੰਦੇ ਨੇ ਸਤਿਗੁਰੂ ਜੀ ਕਿਰਪਾ ਕਰੋ, ਉਸ ਬਾਰੇ ਸਾਨੂੰ ਕੁਝ ਦੱਸੋ। ਕਿ ਮੈਂ ਕਰਨਾ ਭਾਈ ਰਾਮ ਕੋਇਰ ਜੀ ਨੂੰ ਕਹਿੰਦੇ ਨੇ, ਰਾਮ ਕੋਇਰ ਜੀ ਸਾਨੂੰ ਸੁਣਾਓ। ਮਹਾ ਕਠੋਰ ਜਗਤ ਅਸ ਕੋਏ ਨਾ, ਦਰਸ਼ਨ ਤੇ ਸਰਦਾ ਜਿਸ ਹੋਏ ਨਾ। ਔਰ ਸਿੰਘ ਇਹ ਵੀ ਕਹਿੰਦੇ ਨੇ ਭਾਈ ਰਾਮ ਕੋਇਰ ਜੀ ਧੰਨ ਗੁਰੂ ਰਾਮਦਾਸ ਜੀ ਦਾ ਉਹ ਘਰ ਹੈ ਕਿ ਸੰਸਾਰ ਦੇ ਵਿੱਚ ਐਸਾ ਕੋਈ ਕਠੋਰ ਹਿਰਦਾ ਨਹੀਂ, ਜਾਂ ਇਹ ਕਹਿ ਲਏ ਕਿ ਜੇ ਕਠੋਰ ਤੋਂ ਕਠੋਰ ਹਿਰਦਾ ਵੀ ਉੱਥੇ ਚਲਾ ਜਾਏ ਨਾ, ਤੇ ਐਸਾ ਕੋਈ ਕਠੋਰ ਹਿਰਦਾ ਨਹੀਂ ਜਿਹਦੇ ਅੰਦਰ ਦਰਸ਼ਨ ਕਰਕੇ ਸਰਦਾ ਨਾ ਬਣੇ। ਉੱਥੇ ਜਿਹੜਾ ਵੀ ਚਲਾ ਜਾਏ, ਜਿਹਨੇ ਨਮਸਕਾਰ ਕੀਤੀ, ਜਿਹੜਾ ਵੀ ਜਾ ਕੇ ਕੋਰੀ ਦਰਸ਼ਨ ਕਰੇ, ਉਹਦੇ ਅੰਦਰ ਸ਼ਰਧਾ ਪੈਦਾ ਹੁੰਦੀ ਹੈ। ਅਸ ਦੁਰਭਾਗ ਕਵਣ ਜਗ ਹੋਏ, ਕਰੇ ਤਰਕਣਾ ਇਸ ਕੋ ਜੋਏ। ਔਰ ਸਿੰਘ ਕਹਿੰਦੇ ਨੇ ਕਿ ਜਗਤ ਵਿੱਚ ਐਸਾ ਕੋਈ ਮਾੜੇ ਭਾਗਾਂ ਵਾਲਾ ਹੀ ਹੋਵੇਗਾ ਕਿ ਜਿਹੜਾ ਧੰਨ ਗੁਰੂ ਰਾਮਦਾਸ ਜੀ ਦੇ ਇਸ ਮੰਦਰ ਦੇ ਇਸ ਘਰ ਦੇ ਉੱਤੇ ਕੋਈ ਤਰਕ ਕਰੇਗਾ। ਪਰ ਅੱਜ ਲੋਕ ਕਰਦੇ ਵੀ ਨੇ, ਪਰ ਉਹ ਸਿੰਘ ਭਾਈ ਰਾਮ ਕੋਇਰ ਨੂੰ ਕਹਿਣ ਲੱਗੇ ਕਿ ਉਹ ਮਾੜੇ ਭਾਗਾਂ ਵਾਲੇ ਨੇ ਜਿਹੜੇ ਧੰਨ ਗੁਰੂ ਰਾਮਦਾਸ ਜੀ ਦੇ ਉਸ ਘਰ ਤੇ ਕੋਈ ਤਰਕ ਕਰਨ। ਦਰਸ਼ਨ ਨੇ ਮਨ ਹਰਬੇ ਹਾਰੋ, ਮੱਜਣ ਸੇਵਨ ਤੇ ਸੁਖ ਭਾਰੋ। ਹੁਣ ਸਿੰਘ ਭਾਈ ਰਾਮ ਕੋਇਰ ਕੋਲ ਬੇਨਤੀ ਕਰ ਰਹੇ ਨੇ ਕਿ ਜਿਸ ਦਰ ਤੇ ਦਰਸ਼ਨ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਜਿਨ੍ਹਾਂ ਨੂੰ ਸੁੱਖ ਮਿਲਦਾ ਹੈ, ਉੱਥੇ ਪੈਰ ਪਾਉਂਦਿਆਂ ਨਾਲ ਹੀ ਉੱਥੋਂ ਦੀ ਆਬੋ ਹਵਾ ਜਿਨ੍ਹਾਂ ਦੀ ਬਦਲ ਜਾਂਦੀ ਹੈ। ਸਗਲ ਜਨਨ ਕੋ ਸਭ ਫਲ ਦਾਇਕ ਜਥਾ, ਜਥਾ ਕਿਰਪਾਲ ਤਰੁਕੇ ਨਾਇਕ। ਕਿ ਸਾਰੇ ਲੋਕਾਂ ਨੂੰ ਫਲ ਦੇਣ ਵਾਲਾ ਹੈ ਉਹ ਸਥਾਨ, ਉਹ ਸਰੋਵਰ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਹੈ। ਇਸ ਕੋ ਸਗਲ ਪ੍ਰਸੰਗ ਸੁਣਾਵੋ, ਸਰੋਤਣ ਕੋ ਸੰਦੇਹ ਮਿਟਾਵੋ। ਸਿੱਖ ਕਹਿੰਦੇ ਨੇ ਭਾਈ ਰਾਮਦਾਸ ਜੀ ਕਿਰਪਾ ਕਰੋ ਕਿ ਸਾਰਾ ਉਸ ਸਰੋਵਰ ਦਾ, ਉਸ ਹਰਿਮੰਦਰ ਸਾਹਿਬ ਦਾ ਸਾਰੇ ਪ੍ਰਸੰਗ ਸੁਣਾਓ, ਸਰੋਤਣ ਕੇ ਸੰਦੇਹ ਮਿਟਾਵੋ। ਕਿਉਂਕਿ ਸਰੋਤਿਆਂ ਦੇ ਅੰਦਰ ਜੇ ਕੋਈ ਸੰਦੇਹ ਹੈ, ਸ਼ੱਕ ਹੈ, ਉਹਨੂੰ ਦੂਰ ਕਰੋ। ਔਰ ਹਰਿਮੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਦੇ ਘਰ ਅੱਜ ਲੱਖਾਂ ਸਿੱਖ ਸੰਗਤਾਂ ਜਾਂਦੀਆਂ, ਦਰਸ਼ਨ ਕਰਨ ਸਾਰੇ ਜਾਂਦੇ ਨੇ। ਆਪਾਂ ਕਈ ਵਾਰੀ ਗਏ, ਪਰ ਜੋ ਉੱਥੋਂ ਦਾ ਇਤਿਹਾਸ ਪੁੱਛ ਲਈਏ ਕਿ ਭਾਈ ਇੰਨੀ ਵਾਰੀ ਜਾਏ, ਕੁਝ ਪਤਾ ਲੱਗਿਆ। ਔਰ ਹੋ ਸਕਦਾ ਕਿ 99% ਕਹਿਣ ਇਤਿਹਾਸ ਤਾਂ ਨਹੀਂ ਪਤਾ। ਇਹ ਦਰਸ਼ਨ ਕਰਨ ਜਾਣਾ, ਥਾਂ ਥਾਂ 'ਤੇ ਲਿਖੇ ਹੋਏ ਨੇ, ਬੋਰਡ ਲਿਖ ਕੇ ਲਾਏ ਹੋਏ ਨੇ, ਜਾਣਕਾਰੀ ਵੀ ਤਾਂ ਲੈਣੀ ਚਾਹੀਦੀ ਹੈ ਨਾ। ਔਰ ਇੱਥੇ ਕਈਆਂ ਦੇ ਅੰਦਰ ਜਿਹੜੇ ਸੰਦੇਹ ਨੇ, ਸ਼ੱਕ ਨੇ, ਸਿੰਘ ਕਹਿੰਦੇ ਨੇ ਭਾਈ ਸਾਹਿਬ ਜੀ ਇਹ ਇਤਿਹਾਸ ਸੁਣਾ ਕੇ ਸ਼ੱਕ ਵੀ ਦੂਰ ਕਰੋ। ਸਭ ਕੋ ਹਿਰਦੇ ਲਾਲਸਾ ਭਾਰੀ, ਕਹੀ ਆਏ ਕਰ ਸ਼ਰਨ ਤਿਹਾਰੀ। ਕਹਿੰਦੇ ਸਾਰਿਆਂ ਦੇ ਅੰਦਰ ਬੜੀ ਭਾਰੀ ਲਾਲਸਾ ਹੈ ਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ, ਬੇਨਤੀ ਕਰਨ ਆਏ ਕਿ ਸਾਨੂੰ ਸਾਰਾ ਇਤਿਹਾਸ ਸੁਣਾਓ। ਤੁਮਰੋ ਤੁਮ ਹੋ ਮਹਾ ਕਿਰਪਾਲ ਸਰਬੱਗਿਆ, ਬ੍ਰਹਮ ਗਿਆਨ ਤੇ ਮਹਾ ਤਤੱਗਿਆ। ਔਰ ਸਿੰਘ ਕਹਿੰਦੇ ਨੇ ਕਿਉਂਕਿ ਰਾਮ ਕੋਇਰ ਜੀ ਤੁਹਾਡੇ ਕੋਲ ਬ੍ਰਹਮ ਦਾ ਗਿਆਨ ਹੈ, ਤੁਸੀਂ ਮਹਾ ਕਿਰਪਾਲ ਸਰਬੱਗਿਆ, ਸਰਬੱਗਿਆ ਦਾ ਅਰਥ ਹੁੰਦਾ ਸਮਰੱਥ। ਤੁਸੀਂ ਸਮਰੱਥ ਹੋ ਕੇ ਇਸ ਇਤਿਹਾਸ ਨੂੰ ਚੰਗੀ ਤਰ੍ਹਾਂ ਸੁਣਾ ਸਕਦੇ। ਸ਼ਕਤ ਮਾਨ ਚਾਹੋ ਜਿਮ ਕਰੋ, ਨਹਿ ਤ੍ਰਿਲੋਕ ਮੈਂ ਕਿਸ ਭੈ ਤਰਹੋ। ਤੇ ਭਾਈ ਰਾਮ ਕੋਇਰ ਜੀ ਤਿੰਨਾਂ ਲੋਕਾਂ ਵਿੱਚੋਂ ਤੁਹਾਨੂੰ ਕਿਸੇ ਦਾ ਭੈ ਤਾਂ ਹੈ ਨਹੀਂ, ਕਿਸੇ ਤੋਂ ਤੁਸੀਂ ਡਰਦੇ। ਔਰ ਇੰਨੇ ਸ਼ਕਤੀ ਵਾਲੇ ਹੋ ਕਿ ਜਿਵੇਂ ਚਾਹੋ ਉਵੇਂ ਤੁਸੀਂ ਕਰ ਸਕਦੇ ਹੋ। ਭੂਤ ਭਵਿਖਿਅਤ ਕੇਰ ਬਿਰਤੰਤਾ, ਰਾਵਰ ਹਿਰਦੈ ਸਰਬ ਕੇ ਗਿਆਤਾ। ਸਿੰਘ ਕਹਿੰਦੇ ਨੇ ਕਿਉਂਕਿ ਤੁਸੀਂ ਬ੍ਰਹਮ ਦੇ ਗਿਆਨ ਨੂੰ ਜਾਣਦੇ ਹੋ,
ਭੂਤ ਭਵਿੱਖ ਦੇ ਸਾਰੇ ਬਿਰਤਾਂਤ ਨੂੰ ਜਾਣਦੇ ਹੋ ਤੇ ਤੁਹਾਡੇ ਅੰਦਰ ਸਾਰਾ ਕੁਝ ਤੁਹਾਨੂੰ ਗਿਆਨ ਹੈ। ਪ੍ਰੇਮ ਜਾਣਕਾਰ ਮਨ ਸੁਤਰਾਨ, ਕਰੋ ਸੁਧਾਸਰ ਕੋ ਬਖਿਆਨ। ਹੁਣ ਸਿੰਘਾਂ ਨੇ ਜਦੋਂ ਬੇਨਤੀ ਕੀਤੀ ਕਿ ਪ੍ਰੇਮ ਜਾਣਕਾਰ ਮਨ ਸ਼ਰੋਤਾਨ, ਕਿ ਸਾਡੇ ਸਰੋਤਿਆਂ ਦਾ ਪ੍ਰੇਮ ਵੇਖ ਕੇ ਭਾਈ ਰਾਮ ਕੁੰਵਰ ਜੀ ਕਿਰਪਾ ਕਰੋ, ਸੁਧਾ ਸਦ ਉਹ ਬਖਿਆਨ ਕਰੋ, ਕਥਾ ਸੁਣਾਓ। ਰਾਮ ਕੁੰਵਰ ਭਾਏ ਸੁਣ ਜਪੈ, ਪਰਮ ਪ੍ਰਸੰਨ ਭਇਓ ਮਨ ਤਬੈ। ਕਹਿੰਦੇ ਭਾਈ ਰਾਮ ਕੁੰਵਰ ਨੇ ਜਦੋਂ ਸੁਣਿਆ ਕਿ ਗੁਰੂ ਕੇ ਸਿੰਘਾਂ ਦੇ ਅੰਦਰ ਪ੍ਰੇਮ ਹੈ, ਸੱਚਮੁੱਚ ਸਰੋਤੇ ਨੇ, ਸੱਚਮੁੱਚ ਸੁਣਨਾ ਚਾਹੁੰਦੇ ਨੇ, ਤੇ ਭਾਈ ਰਾਮ ਕੁੰਵਰ ਜੀ ਬੜੇ ਪ੍ਰਸੰਨ ਹੋਏ। ਕਥਾ ਸੁਣਨ ਕੇ ਲਾਲਸ ਜਾਨੀ, ਹੈ ਸਰੋਤਨ ਕੇ ਪ੍ਰੀਤ ਮਹਾਨੀ। ਤੇ ਭਾਈ ਰਾਮ ਕੁੰਵਰ ਨੇ ਜਦੋਂ ਜਾਣਿਆ ਕਿ ਸੱਚਮੁੱਚ ਬੜੇ ਚੰਗੇ ਸਰੋਤੇ ਨੇ, ਸਰੋਤਿਆਂ ਦੇ ਅੰਦਰ ਸੁਣਨ ਦੀ ਚਾਹਤ ਹੈ, ਡੂੰਘਾ ਪਿਆਰ ਹੈ, ਪੂਰੇ ਹਕੀਕਤ ਵੀ ਹੈ, ਸੁਣਨ ਵਾਲਿਆਂ ਦੇ ਅੰਦਰ ਪ੍ਰੇਮ ਹੋਵੇ, ਲਗਨ ਹੋਵੇ, ਤੇ ਸੁਣਾਉਣ ਵਾਲਾ ਬਖਤਾ ਭਾਵੇਂ ਅਣਜਾਣ ਵੀ ਹੋਵੇ, ਪਰ ਸੁਣਨ ਵਾਲੇ ਸਰੋਤੇ ਚੰਗੇ ਹੋਣ ਤੇ ਉਹ ਬਖਤਾ ਵੀ ਜਿਹੜਾ ਬੜਾ ਚੰਗਾ ਬਖਤਾ ਬਣ ਜਾਂਦਾ ਹੈ। ਪ੍ਰੇਮ ਹੀ ਹੈ ਨਾ, ਸੁਣਨ ਵਾਲਿਆਂ ਦਾ ਪ੍ਰੇਮ ਹੈ। ਕਿ ਜਿਹੜਾ ਪਿਛਲਾ ਪ੍ਰਸੰਗ ਹੈ, ਇਸੇ ਕਰਕੇ ਬਹੁਤਾ ਸਮਾਂ ਉਹਦੇ ਤੇ ਨਾ ਲਾਓ, ਜਿਹੜੀ ਲੜੀ ਚੱਲਦੀ ਹੈ ਅੱਗੇ ਚੱਲਣ ਦਿਓ। ਇਹ ਪ੍ਰੇਮ ਹੀ ਹੈ ਕਿ ਕੋਈ ਨਹੀਂ ਆਇਆ ਤੇ ਆ ਕੇ ਬੇਨਤੀ ਕਰਦਾ ਵੀ ਹੈ ਕਿ ਭਈ ਜਿਹੜਾ ਪ੍ਰਸੰਗ ਕੱਢ ਸੀ 1-2 ਮਿੰਟਾਂ ਦੇ ਵਿੱਚ ਕਿੱਥੋਂ ਛੱਡਿਆ, ਕਿੱਥੋਂ ਸ਼ੁਰੂ ਹੋਇਆ, ਉਹ ਦੁਹਰਾ ਵੀ ਦਿਓ। ਔਰ ਭਾਈ ਰਾਮ ਕੁੰਵਰ ਨੇ ਜਾਣਿਆ ਜਦੋਂ ਕਿ ਇਹਨਾਂ ਦੇ ਅੰਦਰ ਸੱਚਮੁੱਚ ਸੁਣਨ ਦਾ ਪ੍ਰੇਮ ਹੈ, ਚਾਹ ਹੈ। ਮਨ ਮੈਂ ਕਰਤ ਸੋ ਭਇਓ ਵਿਚਾਰਾ, ਸਰੋਤਨ ਪ੍ਰੀਤੀ ਦੇਖਿਆ ਪਾਰਾ। ਤੇ ਭਾਈ ਰਾਮ ਕੁੰਵਰ ਨੇ ਮਨ 'ਚ ਵਿਚਾਰ ਕੀਤੀ ਕਿ ਸਰੋਤਿਆਂ ਦੀ ਪ੍ਰੀਤ ਬੜੀ ਹੈ, ਸੁਣਨਾ ਚਾਹੁੰਦੇ ਨੇ। ਜਾਂ ਤੇ ਕਹਾ ਕਥਾ ਕਹਿਣ ਪਰ ਗੁਰ ਕੀ, ਵਧੇ ਪ੍ਰੀਤ ਭਾਈ ਕੇ ਉਰਕੀ। ਕਹਿੰਦੇ ਇਸ ਕਰਕੇ ਭਾਈ ਰਾਮ ਕੁੰਵਰ ਦੇ ਅੰਦਰ ਵੀ ਇੱਕ ਕਥਾ ਕਰਨ ਦੀ ਪ੍ਰੀਤ ਹੋਰ ਵਧੀ। ਸਰੋਤੇ ਪ੍ਰੇਮ ਕਰਨ ਤੇ ਸੁਣਾਉਣ ਵਾਲੇ ਦੇ ਅੰਦਰ ਪ੍ਰੀਤ ਵੱਧਦੀ ਹੈ। ਕਿ ਕੱਲ ਕੀ ਹੋਇਆ ਸੀ, ਕੱਲ ਸਮਾਂ ਜਿਹੜਾ ਲੰਘ ਗਿਆ ਉਹਦੇ ਵਿੱਚ ਕੀ ਹੋਇਆ ਸੀ, ਅਗਲੀ ਕਥਾ ਕਿਹੜੀ ਹੈ। ਇਹ ਹੁੰਦੇ ਵਿਰਲੇ ਹੀ ਨੇ, ਪਰ ਸੰਗਤ ਵਿੱਚ 1-2 ਵੀ ਹੋਣ ਤੇ ਸੁਣਾਉਣ ਵਾਲਾ ਜਿਹੜਾ ਹੈ ਸਰੋਤਾ ਹੈ, ਇਹ ਪੱਕੀ ਗੱਲ ਉਹਦੇ ਅੰਦਰ ਸੁਣਾਉਣ ਦੀ ਚਾਹਤ ਪੈਦਾ ਹੁੰਦੀ ਹੈ। ਕਿ ਜੇ ਸੰਗਤ ਸੁਣਨ ਵਾਲੀ ਪ੍ਰੇਮ ਨਾਲ ਹੈ ਤੇ ਕੱਲ ਹੋਰ ਸੁਣਾਉਣਾ ਹੈ ਤੇ ਕੀ ਸੁਣਾਉਣਾ ਹੈ। ਭਾਈ ਰਾਮ ਕੁੰਵਰ ਦੇ ਅੰਦਰ ਉਹ ਪ੍ਰੀਤ ਹੋਰ ਪੈਦਾ ਹੋਈ। ਸਾਹਿਬ ਸਿੰਘਾਦਿਕ ਜੇ ਸਰੋਤਾ, ਕਰੇ ਸਰਾਹਣ ਆਨੰਦ ਉਦੋਤਾ। ਭਾਈ ਸਾਹਿਬ ਸਿੰਘ ਵਰਗੇ ਹੋਰ ਗੁਰੂ ਕੇ ਸਿੰਘ ਸਨ ਸਰੋਤੇ, ਜਿਨ੍ਹਾਂ ਨੇ ਭਾਈ ਰਾਮ ਕੁੰਵਰ ਦੀ ਕਥਾ ਸੁਣ ਕੇ ਬੜੀ ਸਿਫਤ ਵੀ ਕੀਤੀ, ਸਰਾਹਣਾ ਵੀ ਕੀਤਾ ਕਿ ਆਨੰਦ ਸੱਚਮੁੱਚ ਆਉਂਦਾ ਸੀ। ਧਨ ਸੁਮਤ ਅਰ ਚਾਹੇ ਤੁਮਾਰੀ, ਗੁਰ ਕੇ ਕਥਾ ਸੁਣਨ ਅਧਿਕਾਰੀ। ਤੇ ਭਾਈ ਰਾਮ ਕੁੰਵਰ ਜੀ ਵੀ ਕਹਿੰਦੇ ਨੇ, ਭਾਈ ਸਾਹਿਬ ਸਿੰਘ ਹੋਰ ਗੁਰੂ ਕੇ ਸਿੰਘ ਸਨ, ਕਿ ਤੁਹਾਡੀ ਚਾਹਤ ਤੇ ਤੁਹਾਡੀ ਮੱਤ ਧੰਤਾਂ ਦੇ ਯੁੱਗ ਹੈ। ਕਿ ਜਿਨ੍ਹਾਂ ਦੇ ਅੰਦਰ ਗੁਰੂ ਦੇ ਇਤਿਹਾਸ ਦੇ ਕਥਾ ਸੁਣਨ ਦੀ ਇੰਨੀ ਚਾਹਤ ਹੈ, ਇੰਨੀ ਪ੍ਰੀਤ ਹੈ, ਫਿਰ ਤੁਸੀਂ ਤੇ ਅਧਿਕਾਰੀ ਹੋ, ਹੱਕਦਾਰ ਹੋ, ਤੁਹਾਨੂੰ ਤੇ ਕਥਾ ਸੁਣਾਉਣੀ ਚਾਹੀਦੀ ਹੈ। ਸੁਣੋ ਪ੍ਰੇਮ ਧਾਰ ਸਰਬ ਸੁਣਾਵੋ, ਸਭ ਸਰੋਤਨ ਕੇ ਹਿਰਦੇ ਰਿਝਾਵੋ। ਹੁਣ ਕਹਿੰਦੇ ਨੇ ਕਿ ਭਾਈ ਰਾਮ ਕੁੰਵਰ ਜੀ ਕਹਿੰਦੇ ਨੇ, ਫਿਰ ਸਰੋਤਿਓ ਗੁਰੂ ਕੇ ਸਿੰਘੋ ਸਾਵਧਾਨ ਹੋ, ਸਭ ਸਰੋਤਨ ਕੇ ਹਿਰਦੇ ਰਿਝਾਵੋ, ਸਾਰੇ ਦੇ ਅੰਦਰ ਪ੍ਰਸੰਨ ਕਰਾਂਗਾ, ਤੁਸੀਂ ਸਾਵਧਾਨ ਹੋ ਕੇ ਸੁਣੋ ਹਰਿਮੰਦਰ ਸਾਹਿਬ ਦੀ ਸਾਰੀ ਕਥਾ। ਜਿਸ ਕੇ ਸੁਣੇ ਪਰਮ ਬਿਨ ਸਾਵੈ, ਗੁਰ ਆਚੇ ਕੋ ਸਿਖ ਸਭ ਪਾਵੈ। ਕਿ ਜਿਹੜੇ ਇਤਿਹਾਸ ਨੂੰ ਸੁਣ ਕੇ ਸਾਰੇ ਸ਼ੰਕੇ ਵੀ ਦੂਰ ਹੋ ਜਾਣਗੇ। ਜਿਹੜੇ ਇਤਿਹਾਸ ਨੂੰ ਸੁਣ ਕੇ ਗੁਰੂ ਸਾਹਿਬ ਦਾ ਆਸ਼ਾ ਕੀ ਸੀ, ਮਨੋਰਥ ਕੀ ਸੀ, ਇਸ ਸਰੋਵਰ ਨੂੰ ਕਿਉਂ ਬਣਾਇਆ, ਇਹ ਵੀ ਸਪਸ਼ਟ ਹੋ ਜਾਏਗਾ। ਅਤ ਸੁੰਦਰ ਗੁਰ ਕੋ ਇਤਿਹਾਸ,
ਹਿਰਦੈ ਵਿਕਾਰਨ ਕਰਤਾ ਨਾਸ। ਤੇ ਭਾਈ ਰਾਮ ਕੁੰਵਰ ਜੀ ਫਿਰ ਕਹਿੰਦੇ ਨੇ, ਭਾਈ ਸਿੰਘੋ ਸਰੋਤਿਓ ਸਾਵਧਾਨ ਹੋ ਕੇ ਸੁਣਿਓ, ਕਿਉਂਕਿ ਅਤ ਸੁੰਦਰ ਗੁਰ ਕੋ ਇਤਿਹਾਸ, ਗੁਰੂ ਸਾਹਿਬ ਦਾ ਇਹ ਇਤਿਹਾਸ, ਹਰਿਮੰਦਰ ਸਾਹਿਬ ਦਾ ਇਹ ਇਤਿਹਾਸ, ਅੰਮ੍ਰਿਤ ਸਰੋਵਰ ਦਾ ਇਤਿਹਾਸ ਬੜਾ ਹੀ ਸੋਹਣਾ ਹੈ। ਹਿਰਦੈ ਵਿਕਾਰਨ ਕਰਤਾ ਨਾਸ, ਇਹਨੂੰ ਭਾਵਨਾ ਨਾਲ, ਸ਼ਰਧਾ ਨਾਲ ਕੋਈ ਸੁਣੇ ਸੁਣਾਵੇ ਤੇ ਜਿਹੜੇ ਅੰਦਰ ਦੇ ਵਿਕਾਰ ਨੇ ਉਹਨਾਂ ਦਾ ਨਾਸ ਹੁੰਦਾ ਹੈ। ਸ੍ਰੀ ਅੰਮ੍ਰਿਤਸਰ ਕੇ ਸ਼ੁਭ ਕਥਾ, ਭਏ ਜਥਾ ਉਚਰੂ ਮੈਂ ਤਥਾ। ਤੇ ਭਾਈ ਰਾਮ ਕੁੰਵਰ ਜੀ ਹੁਣ ਕਹਿੰਦੇ ਨੇ ਕਿ ਭਾਈ ਸਰੋਤਿਓ ਗੁਰੂ ਕੇ ਸਿੰਘੋ, ਇਹ ਅੰਮ੍ਰਿਤਸਰ ਦੇ ਜਿਵੇਂ ਸ਼ੁਭ ਕਥਾ ਹੋਈ, ਜਿਵੇਂ ਅੰਮ੍ਰਿਤਸਰ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਵਸਾਇਆ, ਸਿਰਜਿਆ, ਬਣਾਇਆ, ਉਹ ਸਾਰੀ ਮੈਂ ਤੁਹਾਨੂੰ ਸੁਣਾਉਣਾ। ਇੱਕ ਮਨ ਹੋਏ ਸੁਣੋ ਕਰ ਪ੍ਰੀਤ, ਮਹਾ ਮਹਾਤਮ ਪ੍ਰਾਪਤ ਮੀਤ। ਔਰ ਭਾਈ ਰਾਮ ਕੁੰਵਰ ਜੀ ਫਿਰ ਤੀਸਰੀ ਵਾਰੀ ਕਹਿੰਦੇ ਨੇ ਕਿ ਇੱਕ ਮਨ ਹੋ ਕੇ ਪ੍ਰੇਮ ਦੇ ਨਾਲ ਸੁਣਿਓ ਭਾਈ ਸਿੰਘੋ, ਮੇਰੇ ਮਿੱਤਰੋ ਧਿਆਨ ਦੇ ਨਾਲ ਸੁਣਿਓ। ਇੱਕ ਮਨ ਹੋਏ ਸੁਣੋ ਕਰ ਪ੍ਰੀਤ। ਤੇ ਕਿਉਂ ਪ੍ਰੀਤ ਕਰਕੇ ਸੁਣਨਾ ਜੀ? ਕਹਿੰਦੇ ਮਹਾ ਮਹਾਤਮ ਪ੍ਰਾਪਤ ਮੀਤ, ਮੇਰੇ ਮਿੱਤਰੋ ਇਹਦੇ ਵਿੱਚੋਂ ਬੜਾ ਮਹੱਤਵ ਮਿਲਦਾ ਜੀ। ਕਥਾ ਸੁਣੋ, ਸੁਣਾਉਣ ਦਾ ਮਹੱਤਵ ਬੜਾ ਜੀ। ਸਤਿਗੁਰ ਕਥਾ ਕੇ ਹੈ ਸੁਖ ਰਾਸ, ਜਨਮ ਮਰਨ ਕੇ ਕਸ਼ਟ ਵਿਨਾਸ਼। ਭਾਈ ਰਾਮ ਕੁੰਵਰ ਜੀ ਕਹਿੰਦੇ ਨੇ ਸਤਿਗੁਰੂ ਜੀ ਦੀ ਕਥਾ ਸੁੱਖਾਂ ਦੀ ਪੂੰਜੀ ਹੈ। ਗੁਰੂ ਇਤਿਹਾਸ ਦੀ ਕਥਾ ਸੁੱਖਾਂ ਦਾ ਖਜ਼ਾਨਾ ਹੈ। ਔਰ ਕਦੇ ਸੌਖੇ ਨਹੀਂ, ਜਨਮ ਮਰਨ ਦੇ ਦੁੱਖ ਕਲੇਸ਼ ਜਿਹੜੇ ਨੇ ਉਹ ਵੀ ਕੱਟਦੀ ਹੈ ਕਥਾ। ਦੋਹਰਾ ਰਾਮ ਕੁੰਵਰ ਭਾਈ ਤਪੈ, ਕਰ ਸਰੂਤਨ ਸਵਿਧਾਨ। ਕਹਿਣ ਲੱਗੋ ਇਤਿਹਾਸ ਕੋ ਵਰਣਨ ਜਥਾ ਮਹਾਨ। ਕਹਿੰਦੇ ਭਾਈ ਰਾਮ ਕੁੰਵਰ ਜੀ ਇਸ ਤਰ੍ਹਾਂ ਸਰੋਤਿਆਂ ਨੂੰ ਸੁਚੇਤ ਕਰਕੇ, ਸਾਵਧਾਨ ਕਰਕੇ, ਫਿਰ ਅੱਗੇ ਜੋ ਇਹ ਹਰਿਮੰਦਰ ਸਾਹਿਬ ਦਾ, ਅੰਮ੍ਰਿਤਸਰ ਦਾ ਇਤਿਹਾਸ ਹੈ, ਉਹ ਸਰੋਤੇ ਜਿਹਨਾਂ ਨੂੰ ਭਾਈ ਰਾਮ ਕੁੰਵਰ ਜੀ ਅੱਗੇ ਸੁਣਾਉਂਦੇ ਨੇ। ਇੱਥੇ ਕਵੀ ਸੰਤੋਖ ਸਿੰਘ ਨੇ ਅਧਿਆਇ ਵੀ ਖਤਮ ਕੀਤਾ ਹੈ। ਅਗਲੇ ਅਧਿਆਇ ਦੇ ਵਿੱਚ ਜਿਹਦਾ ਨਾਮ ਵੀ ਗੁਰੂ ਦਾ ਚੱਕ ਹੈ, ਜਿਵੇਂ ਭਾਈ ਰਾਮ ਕੁੰਵਰ ਜੀ ਸੁਣਾਉਣਗੇ ਉਹ ਆਪਾਂ ਸਾਂਝਾ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ